ਕਦੇ ਖੇਤਾਂ 'ਚ ਟਰੈਕਟਰ ਚਲਾਉਣ ਵਾਲੀ ਪਾਇਲਟ ਕੁੜੀ ਦੀ ਕਹਾਣੀ ਜਿਸਨੇ ਅਸਮਾਨ ਵਿੱਚ ਇੰਜਨ ਫਟ ਜਾਣ ਦੇ ਬਾਵਜੂਦ 148 ਯਾਤਰੀਆਂ ਦੀ ਜਾਨ ਬਚਾਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਫਤਿਹ ਮੀਡੀਆ 5 ਦੀ ਖਾਸ ਰਿਪੋਰਟ। ਮੈਂ ਹਾਂ ਰੂਹੀ ਗਰੋਵਰ। ਟੈਮੀ ਜੋ ਸ਼ੁਲਟਸ ਹਮੇਸ਼ਾ ਤੋਂ ਹੀ ਲੜਾਕੂ ਜਹਾਜ਼ ਉਡਾਉਣ ਦਾ ਸੁਪਨਾ ਵੇਖਦੀ ਸੀ। ਉਹ 1960 ਦੇ ਦਹਾਕੇ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਨਿਊ ਮੈਕਸੀਕੋ ਵਿੱਚ ਹੋਲੋਮੈਨ 에ਅਰ ਫੋਰਸ ਬੇਸ ਦੇ ਨੇੜੇ ਇੱਕ ਰੈਂਚ ਵਿੱਚ ਵੱਡੀ ਹੋਈ ਸੀ ਤੇ ਉਸ ਨੂੰ ਆਪਣੇ ਪਰਿਵਾਰ ਦੇ ਖੇਤਾਂ ਤੇ ਪਸ਼ੂਆਂ ਦੇ ਵਾੜਿਆਂ ਉੱਪਰੋਂ ਗੱਜਦੇ ਹੋਏ ਲੰਘਣ ਵਾਲੇ ਜਹਾਜ਼ਾਂ ਨੂੰ ਵੇਖਣਾ ਬਹੁਤ ਪਸੰਦ ਸੀ। ਉਡਾਨ ਉਸ ਨੂੰ ਜਾਦੂ ਹੀ ਲੱਗਦੀ ਸੀ। ਉਹ ਖੇਤਾਂ ਵਿੱਚ ਮਿਹਨਤ ਨਾਲ ਕੰਮ ਕਰਦੀ ਸੀ ਤੇ 9 ਸਾਲ ਦੀ ਉਮਰ ਵਿੱਚ ਹੀ ਟਰੈਕਟਰ ਚਲਾਉਣ ਲੱਗ ਪਈ ਸੀ। ਉਸਦੇ ਮਾਪੇ ਮੁੰਡਿਆਂ ਤੇ ਕੁੜੀਆਂ ਦੇ ਕੰਮਾਂ ਵਿੱਚ ਕੋਈ ਫਰਕ ਨਹੀਂ ਕਰਦੇ ਸਨ ਤੇ ਉਸ ਨੂੰ ਆਪਣੀ ਯੋਗਤਾ ਤੇ ਦਿਲਚਸਪੀ ਮੁਤਾਬਿਕ ਪੇਸ਼ਾ ਚੁਣਨ ਦੇ ਲਈ ਉਤਸ਼ਾਹਿਤ ਕਰਦੇ ਸਨ। ਇਸ ਲਈ ਸ਼ੁਲਟਸ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਲੜਾਕੂ ਜਹਾਜ਼ ਉਡਾਉਣਾ ਚਾਹੁੰਦੀ ਹਾਂ। ਉਸਦੀ ਮਾਂ ਨੇ ਜਵਾਬ ਦਿੱਤਾ, ਟੈਮੀ, ਉਹ ਲੋਕ ਬਹੁਤ ਹੁਸ਼ਿਆਰ ਹੁੰਦੇ ਨੇ। ਉਸ ਵੇਲੇ ਸ਼ੁਲਟਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਪਾਇਲਟ ਬਣਨ ਦਾ ਰਾਹ ਸੌਖਾ ਨਹੀਂ ਹੋਏਗਾ। ਹਾਈ ਸਕੂਲ ਵਿੱਚ ਕਰੀਅਰ ਦਿਵਸ ਦੌਰਾਨ ਉਹ ਹਵਾਬਾਜ਼ੀ ਯਾਨੀ ਕਿ ਐਵੀਏਸ਼ਨ ਦੀ ਕਲਾਸ ਵਿੱਚ ਗਈ। ਉੱਥੇ ਇੰਚਾਰਜ ਕਰਨਲ ਨੇ ਉਸ ਨੂੰ ਕਿਹਾ ਕਿ ਇਹ ਕਰੀਅਰ ਦਿਵਸ ਹੈ, ਸਗੋਂ ਸੋਗ ਦਿਵਸ ਨਹੀਂ। ਤੁਹਾਨੂੰ ਕੋਈ ਅਜਿਹਾ ਕੰਮ ਲੱਭਣਾ ਚਾਹੀਦਾ ਹੈ ਜੋ ਕੁੜੀਆਂ ਕਰ ਸਕਦੀਆਂ ਨੇ। ਸ਼ੁਲਟਸ ਫਿਰ ਵੀ ਉੱਥੇ ਬੈਠ ਗਈ। ਜਿਵੇਂ ਜਿਵੇਂ ਉਹ ਲੈਕਚਰ ਸੁਣਦੀ ਗਈ ਉਸ ਦਾ ਜੋਸ਼ ਵਧਦਾ ਗਿਆ। ਉਹ ਕਹਿੰਦੀ ਹੈ, ਅੰਤ ਤੱਕ ਇਹ ਬਹੁਤ ਰੋਮਾਂਚਕ ਸੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਅਜਿਹੀ ਕੋਈ ਗੱਲ ਨਹੀਂ ਸੁਣੀ ਜੋ ਕਿਸੇ ਔਰਤ ਦੀ ਸਮਝ ਤੋਂ ਪਰੇ ਹੋਵੇ। ਉਹ ਪਹਿਲਾਂ ਨਾਲੋਂ ਵੀ ਵੱਧ ਦ੍ਰਿੜ ਇਰਾਦੇ ਦੇ ਨਾਲ ਉੱਥੋਂ ਨਿਕਲ ਕੇ ਉਹ ਫੌਜੀ ਪਾਇਲਟ ਬਣੇਗੀ। ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਅਮਰੀਕੀ ਹਵਾਈ ਫੌਜ ਦੇ ਭਰਤੀ ਦਫ਼ਤਰ ਦਾ ਦਰਵਾਜ਼ਾ ਖੜਕਾਇਆ, ਪਰ ਉਹਨਾਂ ਨੇ ਮੇਰੀ ਗੱਲ ਸੁਣੀ। ਫਿਰ ਕਿਹਾ ਕਿ ਮੈਨੂੰ ਅਫਸੋਸ ਹੈ, ਪਰ ਅਸੀਂ ਔਰਤਾਂ ਦੀ ਭਰਤੀ ਨਹੀਂ ਕਰਦੇ। ਇਹ ਉਸਦੇ ਮੂੰਹ ਤੇ ਬੰਦ ਹੋਣ ਵਾਲੇ ਕਈ ਦਰਵਾਜ਼ਿਆਂ ਵਿੱਚੋਂ ਪਹਿਲਾ ਦਰਵਾਜ਼ਾ ਸੀ। ਹਾਰ ਨਾ ਮੰਨਦੇ ਹੋਏ ਫਿਰ ਉਸਨੇ ਅਮਰੀਕੀ ਫੌਜ ਦੇ ਹੋਰ ਵਿਭਾਗਾਂ ਨੂੰ ਅਜ਼ਮਾਉਣਾ ਚਾਹਿਆ, ਜਿਨ੍ਹਾਂ ਦੇ ਵਿੱਚ ਜਹਾਜ਼ ਉਡਾਏ ਜਾਂਦੇ ਸਨ, ਜਿਸ ਵਿੱਚ ਫੌਜ ਵੀ ਸ਼ਾਮਲ ਸੀ, ਜਿਨ੍ਹਾਂ ਨੇ ਉਸਨੂੰ ਦੱਸਿਆ ਕਿ ਉਹ ਉਹਨਾਂ ਲਈ ਢੁਕਵੀਂ ਨਹੀਂ ਹੈ। ਤੇ ਫਿਰ ਨੇਵੀ, ਜਿਸ ਨੇ ਘੱਟੋ ਘੱਟ ਉਸਨੂੰ ਪਾਇਲਟ ਦਾ ਟੈਸਟ ਦੇਣ ਦੀ ਇਜਾਜ਼ਤ ਤਾਂ ਦਿੱਤੀ। ਸ਼ੁਲਟਸ ਦੱਸਦੀ ਹੈ ਕਿ ਭਰਤੀ ਅਧਿਕਾਰੀ ਨੇ ਮੈਨੂੰ ਕਿਹਾ, ਮਾਫ ਕਰਨਾ, ਤੁਹਾਡੇ ਅੰਕ ਇੱਕ ਮੁੰਡੇ ਲਈ ਤਾਂ ਕਾਫੀ ਨੇ ਪਰ ਇੱਕ ਕੁੜੀ ਲਈ ਨਹੀਂ। ਜੇ ਤੁਸੀਂ ਮਹਿਲਾ ਪਾਇਲਟ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਹੋਰ ਵੱਧ ਅੰਕ ਲਿਆਉਣੇ ਪੈਣਗੇ। ਇਸ ਤੋਂ ਬਾਅਦ ਸ਼ੁਲਟਸ ਉੱਚ ਸਿੱਖਿਆ ਦੇ ਲਈ ਵਾਪਸ ਯੂਨੀਵਰਸਿਟੀ ਚਲੀ ਜਾਂਦੀ ਹੈ। ਪਰ ਉਹ ਜਾਣਦੀ ਸੀ ਕਿ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਸਨੂੰ ਇੱਕ ਆਖਰੀ ਕੋਸ਼ਿਸ਼ ਤਾਂ ਜ਼ਰੂਰ ਕਰਨੀ ਚਾਹੀਦੀ ਹੈ। 1985 ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਅਮਰੀਕੀ ਨੇਵੀ ਦੇ ਇੱਕ ਹੋਰ ਭਰਤੀ ਦਫ਼ਤਰ ਗਈ। ਉਸਨੇ ਭਰਤੀ ਅਧਿਕਾਰੀ ਨੂੰ ਦੱਸਿਆ ਕਿ ਉਸਨੂੰ ਕਿਹਾ ਗਿਆ ਸੀ ਕਿ ਉਸਦੇ ਜੋ ਮਾਰਕਸ ਸੀ ਇੱਕ ਕੁੜੀ ਲਈ ਕਾਫੀ ਨਹੀਂ ਨੇ, ਇਸ ਕਰਕੇ ਉਹ ਦੁਬਾਰਾ ਟੈਸਟ ਦੇਣਾ ਚਾਹੁੰਦੀ ਹੈ। ਪਰ ਅਧਿਕਾਰੀ ਨੇ ਕਿਹਾ ਕਿ ਤੁਸੀਂ ਕੀ ਕਹਿ ਰਹੇ ਹੋ, ਮੁੰਡਿਆਂ ਤੇ ਕੁੜੀਆਂ ਦੇ ਲਈ ਵੱਖ-ਵੱਖ ਅੰਕ ਨਹੀਂ ਹੁੰਦੇ। ਫਿਰ ਉਸਨੇ ਸ਼ੁਲਟਸ ਦੇ ਅੰਕ ਵੇਖੇ ਤੇ ਕਿਹਾ, ਤੁਹਾਡੇ ਅੰਕ ਤਾਂ ਬਿਲਕੁਲ ਠੀਕ ਨੇ। ਕੁਝ ਮਹੀਨਿਆਂ ਬਾਅਦ ਸ਼ੁਲਟਸ ਦੇ ਵਾਲ ਛੋਟੇ ਕੱਟੇ ਜਾ ਚੁੱਕੇ ਸਨ ਤੇ ਉਹ ਫਲੋਰੀਡਾ ਦੇ ਐਵੀਏਸ਼ਨ ਅਫਸਰ ਕੈਂਡੀਡੇਟ ਸਕੂਲ ਦੇ ਵਿੱਚ ਪੁਸ਼ਅਪ ਕਰ ਰਹੀ ਸੀ। ਉਡਾਨ ਦਾ ਤਜਰਬਾ ਓਨਾ ਹੀ ਜਾਦੂਈ ਸੀ ਜਿੰਨਾ ਸ਼ੁਲਟਸ ਨੇ ਆਪਣੇ ਸੁਪਨਿਆਂ ਵਿੱਚ ਸੋਚਿਆ ਸੀ। ਉਸਨੇ ਪਾਇਲਟ ਵਜੋਂ ਯੋਗਤਾ ਹਾਸਲ ਕੀਤੀ ਤੇ ਅੱਗੇ ਚੱਲ ਕੇ ਇੱਕ ਇੰਸਟ੍ਰਕਟਰ ਬਣ ਗਈ। ਉਸਦੀ ਖਾਸ ਮੁਹਾਰਤ ਕਾਬੂ ਤੋਂ ਬਾਹਰ ਹੋਈ ਉਡਾਨ ਦੇ ਵਿੱਚ ਸੀ। ਇਸ ਸਿਖਲਾਈ ਦੌਰਾਨ ਜਹਾਜ਼ ਨੂੰ ਲਗਭਗ 30,000 ਫੁੱਟ 9.14 ਕਿਲੋਮੀਟਰ ਦੀ ਉਚਾਈ ਤੱਕ ਲੈ ਕੇ ਜਾਂਦੇ ਸੀ ਤੇ ਫਿਰ ਉਸ ਨੂੰ ਘੁੰਮਣ ਵਾਲੀ ਸਥਿਤੀ ਯਾਨੀ ਕਿ ਸਪਿਨ ਦੇ ਵਿੱਚ ਪਾ ਦਿੱਤਾ ਜਾਂਦਾ ਸੀ। ਵਿਦਿਆਰਥੀ ਦਾ ਕੰਮ ਜਹਾਜ਼ ਨੂੰ ਮੁੜ ਕਾਬੂ ਵਿੱਚ ਲਿਆਉਣਾ ਹੁੰਦਾ ਸੀ। ਜੇ ਉਹ ਅਜਿਹਾ ਨਾ ਕਰ ਸਕੇ ਤਾਂ ਸ਼ੁਲਟਸ ਖੁਦ ਕੰਟਰੋਲ ਸੰਭਾਲ ਲੈਂਦੀ ਸੀ। ਇਹ ਤਜਰਬਾ ਉਸ ਦਿਨ ਬਹੁਤ ਕੰਮ ਆਇਆ ਜਦੋਂ 8 ਸਾਲ ਪਹਿਲਾਂ ਉਸਦੇ ਆਪਣੇ ਯਾਤਰੀ ਜਹਾਜ਼ ਦਾ ਇੰਜਨ ਫਟ ਗਿਆ ਸੀ। ਉਸ ਸਮੇਂ ਤੱਕ ਉਹ ਅਮਰੀਕੀ ਨੇਵੀ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਪਾਇਲਟ ਰਹਿ ਚੁੱਕੀ ਸੀ ਤੇ ਇਸੇ ਦੌਰਾਨ ਉਸਦੀ ਜੋ ਮੁਲਾਕਾਤ ਸੀ ਆਪਣੇ ਪਤੀ ਦੇ ਨਾਲ ਹੋਈ। 1990 ਦੇ ਦਹਾਕੇ ਵਿੱਚ ਦੋਵਾਂ ਨੇ ਨੇਵੀ ਛੱਡ ਦਿੱਤੀ ਤੇ ਆਪਣਾ ਪਰਿਵਾਰ ਸ਼ੁਰੂ ਕੀਤਾ। ਬਾਅਦ ਵਿੱਚ ਦੋਵਾਂ ਨੂੰ ਅਮਰੀਕੀ ਯਾਤਰੀ ਹਵਾਈ ਕੰਪਨੀ ਸਾਊਥ ਵੈਸਟ 에ਅਰਲਾਈਨਸ ਦੇ ਵਿੱਚ ਵਪਾਰਕ ਉਡਾਣਾਂ ਚਲਾਉਣ ਦੀ ਨੌਕਰੀ ਮਿਲ ਗਈ। 17 ਅਪ੍ਰੈਲ 2018 ਨੂੰ ਫਲਾਈਟ 1380 ਲੰਮੇ ਸਫ਼ਰ ਲਈ ਕਾਫੀ ਇੰਧਨ ਨਾਲ ਭਰੀ ਹੋਈ ਸੀ। ਜਦੋਂ ਜਹਾਜ਼ 33,000 ਫੁੱਟ 10.6 ਕਿਲੋਮੀਟਰ ਦੀ ਉਚਾਈ ਦੇ ਉੱਤੇ ਪਹੁੰਚਿਆ ਤਾਂ ਸ਼ੁਲਟਸ ਨੇ ਇੱਕ ਜ਼ੋਰਦਾਰ ਧਮਾਕਾ ਸੁਣਿਆ। ਉਸ ਦਾ ਪਹਿਲਾ ਖਿਆਲ ਇਹ ਸੀ ਕਿ ਸ਼ਾਇਦ ਜਹਾਜ਼ ਦੀ ਹਵਾ ਦੇ ਵਿੱਚ ਕਿਸੇ ਹੋਰ ਜਹਾਜ਼ ਨਾਲ ਟੱਕਰ ਹੋ ਗਈ। ਸ਼ੁਲਟਸ ਦੱਸਦੀ ਹੈ ਕਿ ਜਹਾਜ਼ ਇੱਕਦਮ ਪਾਸੇ ਵੱਲ ਖਿਸਕਿਆ, ਫਿਰ ਤੇਜ਼ੀ ਨਾਲ ਹੇਠਾਂ ਵੱਲ ਝੁਕ ਗਿਆ ਤੇ ਖੱਬੇ ਪਾਸੇ ਇੱਕਦਮ ਘੁੰਮ ਗਿਆ। ਉਸਨੇ ਜਹਾਜ਼ ਨੂੰ ਮੁੜ ਕਾਬੂ ਦੇ ਵਿੱਚ ਕਰ ਲਿਆ, ਪਰ ਇਸ ਤੋਂ ਬਾਅਦ ਜਹਾਜ਼ ਇੰਨਾ ਜ਼ਿਆਦਾ ਕੰਬਣ ਲੱਗਿਆ ਕਿ ਉਸਨੇ ਆਪਣੀ ਉਡਾਨੀ ਯੰਤਰਾਂ ਦੀਆਂ ਰੀਡਿੰਗਾਂ ਵੀ ਨਹੀਂ ਪੜ ਸਕਦੀ ਸੀ। ਕਾਕਪਿਟ ਧੂਏ ਨਾਲ ਭਰ ਗਿਆ ਸੀ ਤੇ ਸ਼ੋਰ ਇੰਨਾ ਜ਼ਿਆਦਾ ਸੀ ਕਿ ਸ਼ੁਲਟਸ ਤੇ ਉਸਦਾ ਸਹਿ ਪਾਇਲਟ ਇੱਕ ਦੂਜੇ ਦੀ ਗੱਲ ਵੀ ਨਹੀਂ ਸੁਣ ਸਕਦੇ ਸੀ। ਉਸ ਵੇਲੇ ਸ਼ੁਲਟਸ ਨੂੰ ਪਤਾ ਨਹੀਂ ਸੀ ਕਿ ਇੰਜਨ ਦੇ ਇੱਕ ਫੈਨ ਬਲੇਡ ਦਾ ਟੁਕੜਾ ਟੁੱਟ ਗਿਆ ਸੀ ਜੋ ਇੰਜਨ ਦੇ ਅੰਦਰ ਜਾ ਕੇ ਵੜਿਆ ਸੀ ਤੇ ਧਮਾਕੇ ਦਾ ਕਾਰਨ ਬਣਿਆ ਸੀ। ਬਾਅਦ ਵਿੱਚ ਉਸਨੂੰ ਪਤਾ ਚੱਲਿਆ ਕਿ ਇੰਜਨ ਦਾ ਬਾਹਰੀ ਕਵਰ ਵੀ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ। ਉਹ ਕੇਲੇ ਦੇ ਛਿਲਕੇ ਵਾਂਗ ਪਿੱਛੇ ਵੱਲ ਉਖੜ ਗਿਆ ਸੀ। ਹਾਲਾਂਕਿ ਉਸਦਾ ਇੱਕ ਸਿਰਾ ਅਜੇ ਵੀ ਪੱਖੇ ਨਾਲ ਜੁੜਿਆ ਹੋਇਆ ਸੀ।
ਮਲਬੇ ਦਾ ਇੱਕ ਟੁਕੜਾ ਜਹਾਜ਼ ਦੀ ਖਿੜਕੀ ਨਾਲ ਟਕਰਾਇਆ, ਜਿਸ ਕਰਕੇ ਖਿੜਕੀ ਟੁੱਟ ਗਈ ਤੇ ਕੈਬਿਨ ਦੇ ਅੰਦਰ ਹਵਾ ਦਾ ਦਬਾਅ ਤੇਜ਼ੀ ਨਾਲ ਘਟ ਗਿਆ। ਉਸ ਉਚਾਈ ਤੇ ਤੁਹਾਡੇ ਸਾਈਨਸ ਹਵਾ ਦੇ ਦਬਾਅ ਵਿੱਚ ਆਉਣ ਵਾਲੇ ਬਦਲਾਅ ਨਾਲ ਇੰਨੀ ਤੇਜ਼ੀ ਨਾਲ ਅਨੁਕੂਲ ਨਹੀਂ ਹੋ ਸਕਦੇ, ਇਸ ਕਰਕੇ ਬੇहद ਦਰਦ ਹੁੰਦਾ ਹੈ। ਉਹ ਦੱਸਦੇ ਕਿ ਦਰਦ ਉਸਦੇ ਕੰਨਾਂ ਤੋਂ ਹੁੰਦਾ ਹੋਇਆ ਗਰਦਨ ਤੱਕ ਫੈਲ ਗਿਆ ਸੀ। ਇਨ੍ਹਾਂ ਸਭ ਮੁਸ਼ਕਲਾਂ ਦੇ ਬਾਵਜੂਦ ਉਸਦੀ ਸੂਝ-ਬੂਝ ਤੇ ਸਿਖਲਾਈ ਕੰਮ ਆਈ। ਉਸਨੇ ਤੁਰੰਤ ਸਭ ਤੋਂ ਨੇੜਲੇ ਹਵਾਈ ਅੱਡੇ ਫਿਲਾਡੈਲਫੀਆ ਸ਼ਹਿਰ ਵੱਲ ਜਹਾਜ਼ ਦਾ ਰੁਖ ਕਰ ਦਿੱਤਾ। ਉਸਨੂੰ ਯਾਦ ਹੈ ਕਿ ਉਹ ਸੋਚ ਰਹੀ ਸੀ ਕਿ ਸ਼ਾਇਦ ਉਹ ਜਹਾਜ਼ ਨੂੰ ਸਮੇਂ ਸਿਰ ਰਨਵੇ ਤੱਕ ਨਹੀਂ ਪਹੁੰਚਾ ਸਕੇਗੀ। ਉਸ ਵੇਲੇ ਉਸਦੇ ਮਨ ਦੇ ਵਿੱਚ ਇਹ ਵੀ ਖਿਆਲ ਆਇਆ ਸੀ ਕਿ ਸ਼ਾਇਦ ਅੱਜ ਉਹ ਦਿਨ ਹੈ ਜਦੋਂ ਉਹ ਆਪਣੇ ਸਿਰਜਣਹਾਰ ਨੂੰ ਮਿਲੇਗੀ। ਫਿਰ ਵੀ ਹਵਾਈ ਆਵਾਜਾਈ ਕੰਟਰੋਲ ਦੇ ਨਾਲ ਸ਼ੁਲਟਸ ਦੀ ਗੱਲਬਾਤ ਦੀਆਂ ਰਿਕਾਰਡਿੰਗਸ ਦੇ ਵਿੱਚ ਉਸਦੀ ਆਵਾਜ਼ ਬਹੁਤ ਸ਼ਾਂਤ ਸੁਣਾਈ ਦਿੰਦੀ ਹੈ। ਉਸਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ਹਾਂ ਸਾਡੇ ਜਹਾਜ਼ ਦਾ ਇੱਕ ਹਿੱਸਾ ਗਾਇਬ ਹੈ, ਇਸ ਲਈ ਸਾਨੂੰ ਕੁਝ ਹੌਲੀ ਉਡਾਨ ਭਰਨੀ ਪਏਗੀ। ਜਦੋਂ ਰਨਵੇ ਨਜ਼ਰ ਆਉਣ ਲੱਗਾ ਤਾਂ ਕਾਕਪਿਟ ਰਿਕਾਰਡਰ ਵਿੱਚ ਉਸਨੂੰ ਹੌਲੀ ਜਿਹੀ ਹੈਵਨਲੀ ਫਾਦਰ, ਹੇ ਪ੍ਰਭੂ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ। ਉਸ ਵੇਲੇ ਜਹਾਜ਼ ਸਿਰਫ ਇੱਕ ਇੰਜਨ ਦੇ ਸਹਾਰੇ ਉੱਡ ਰਿਹਾ ਸੀ ਤੇ ਇੱਕ ਪਾਸੇ ਵੱਲ ਝੁਕਿਆ ਹੋਇਆ ਸੀ। ਇਸ ਤੋਂ ਇਲਾਵਾ ਸ਼ੁਲਟਸ ਰਨਵੇ ਤੋਂ ਅੱਗੇ ਨਿਕਲ ਚੁੱਕੀ ਸੀ ਤੇ ਜਹਾਜ਼ ਨੂੰ ਸਹੀ ਦਿਸ਼ਾ ਦੇ ਵਿੱਚ ਲਿਆਉਣ ਤੇ ਸੁਰੱਖਿਅਤ ਉਤਾਰਨ ਦੇ ਲਈ ਸ਼ੁਲਟਸ ਨੇ ਆਪਣੀ ਸਾਰੀ ਕਾਬਲੀਅਤ ਤੇ ਤਜਰਬਾ ਵਰਤ ਲਿਆ। ਆਖਰਕਾਰ ਉਸਨੇ 148 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਨ ਬਚਾ ਲਈ। ਹਾਲਾਂਕਿ ਇੱਕ ਯਾਤਰੀ ਜੈਨੀਫਰ ਰਿਓਰਡਨ ਖਿੜਕੀ ਟੁੱਟਣ ਕਰਕੇ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ ਤੇ ਬਾਅਦ ਵਿੱਚ ਹਸਪਤਾਲ ਦੇ ਵਿੱਚ ਉਸਦੀ ਮੌਤ ਵੀ ਹੋ ਗਈ ਸੀ। ਸ਼ੁਲਟਸ ਕਹਿੰਦੀ ਹੈ ਕਿ ਇਹ ਘਾਟਾ ਉਹ ਹਮੇਸ਼ਾ ਮਹਿਸੂਸ ਕਰੇਗੀ। ਜਹਾਜ਼ ਉਤਾਰਨ ਤੋਂ ਬਾਅਦ ਸ਼ੁਲਟਸ ਦੇ ਡਾਕਟਰੀ ਟੈਸਟ ਕੀਤੇ ਗਏ। ਮੈਡੀਕਲ ਅਧਿਕਾਰੀ ਨੇ ਉਸਨੂੰ ਕਿਹਾ ਕਿ ਤੁਹਾਡੇ ਤਾਂ ਹੌਸਲੇ ਹੀ ਬੁਲੰਦ ਨੇ, ਤੁਹਾਡੀ ਦਿਲ ਦੀ ਧੜਕਨ ਵੀ ਆਮ ਤੋਂ ਵੱਧ ਨਹੀਂ ਹੈ। ਫਿਰ ਸ਼ੁਲਟਸ ਆਪਣੇ ਇਸ ਸ਼ਾਂਤ ਸੁਭਾਅ ਬਾਰੇ ਕੀ ਕਹਿੰਦੀ ਹੈ? ਉਹ ਕਹਿੰਦੀ ਹੈ, ਜਦੋਂ ਤੁਸੀਂ ਜ਼ਿੰਮੇਵਾਰੀ ਵਾਲੀ ਸਥਿਤੀ ਵਿੱਚ ਹੁੰਦੇ ਹੋ ਤੇ ਲੋਕ ਤੁਹਾਡੇ ਤੋਂ ਲੀਡਰਸ਼ਿਪ ਦੀ ਉਮੀਦ ਕਰਦੇ ਹੋਣ ਤਾਂ ਸਹੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਆਪਣਾ ਸੰਤੁਲਨ, ਆਪਣਾ ਕੰਟਰੋਲ ਕਾਇਮ ਰੱਖੋ ਤੇ ਸਾਹਮਣੇ ਆਈਆਂ ਸਮੱਸਿਆਵਾਂ ਦਾ ਹੱਲ ਕਰੋ। ਇਹ ਸੋਚ ਉਸਦੇ ਪੂਰੇ ਕੈਰੀਅਰ ਦੌਰਾਨ ਬਣੀ ਰਹੀ ਸੀ, ਜਿਸ ਵਿੱਚ ਉਸਨੇ ਨਾ ਤਾਂ ਕਦੇ ਹਿੰਮਤ ਹਾਰੀ, ਨਾ ਹੀ ਆਪਣੇ ਸੁਪਨਿਆਂ ਦਾ ਪਿੱਛਾ ਕਰਨਾ ਛੱਡਿਆ। ਫਤਿਹ ਮੀਡੀਆ 5 ਦੀ ਖਾਸ ਰਿਪੋਰਟ ਵੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।